हेलो बच्चों, इस एपिसोड ਵਿੱਚ ਤੁਸੀਂ ਅਕਾਊਂਟਿੰਗ ਇਨਫੋਰਮੇਸ਼ਨ ਦੀਆਂ ਕੁਆਲੀਟੇਟਿਵ ਕਰੈਕਟਰਿਸਟਿਕਸ ਅਤੇ ਅਕਾਊਂਟਿੰਗ ਇਨਫੋਰਮੇਸ਼ਨ ਦੇ ਸਕੋਪ ਅਤੇ ਬ੍ਰਾਂਚਸ ਬਾਰੇ ਪੜ੍ਹੋਗੇ। ਸਾਰੇ ਸੰਸਾਰ ਵਿੱਚ ਟ੍ਰੇਡ, ਇੰਡਸਟਰੀ ਅਤੇ ਕਾਮਰਸ ਦੇ ਵਿਕਾਸ ਨੇ ਸਾਰੀਆਂ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਕਲੀਅਰਲੀ ਅਤੇ ਸਿਸਟਮੈਟਿਕਲੀ ਰਿਕਾਰਡ ਕਰਨਾ ਜ਼ਰੂਰੀ ਬਣਾ ਦਿੱਤਾ ਹੈ। ਪਿਛਲੇ ਕੁਝ ਡਿਕੇਡਸ ਦੌਰਾਨ ਬਿਜ਼ਨਸ ਨੇ ਸਮੌਲ ਯੂਨਿਟਸ ਤੋਂ ਲੈ ਕੇ ਵੱਡੇ ਬਿਜ਼ਨਸ ਹਾਊਸਸ ਤੱਕ ਅਤੇ ਮੈਨੂਅਲ ਆਪਰੇਸ਼ਨਸ ਤੋਂ ਲੈ ਕੇ ਮੈਕਨਾਈਜ਼ਡ ਤੱਕ ਬਹੁਤ ਵਿਸ਼ਾਲ ਚੇਂਜਸ ਦੇਖੇ ਹਨ। ਬਿਜ਼ਨਸ ਵਿੱਚ ਇੰਨੇ ਜ਼ਿਆਦਾ ਵਾਧੇ ਨੇ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਦੀ ਵੋਲਿਊਮ ਬਹੁਤ ਵਧਾ ਦਿੱਤੀ ਹੈ। ਸਾਰੀਆਂ ਟ੍ਰਾਂਜੈਕਸ਼ਨਸ ਨੂੰ ਕਲੀਅਰਲੀ ਅਤੇ ਸਿਸਟਮੈਟਿਕਲੀ ਰਿਕਾਰਡ ਕਰਨ ਦੀ ਨੈਸੈਸਿਟੀ ਉੱਤੇ ਬਹੁਤ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾ ਸਕਦਾ ਹੈ। ਬਹੁਤ ਸਾਰੇ ਲੋਕਾਂ ਨੂੰ ਗੁੱਡਸ ਕ੍ਰੈਡਿਟ ਤੇ ਵੇਚੀਆਂ ਜਾਂਦੀਆਂ ਹਨ। ਬਾਇਰ ਵੈਂਡਰ ਨੂੰ ਗੁੱਡਸ ਦਾ ਮੁੱਲ ਬਾਅਦ ਵਿੱਚ ਵੀ ਅਦਾ ਕਰ ਸਕਦਾ ਹੈ। ਵੈਂਡਰ ਨੇ ਸਮੇਂ-ਸਮੇਂ ਤੇ ਇਹ ਪਤਾ ਕਰਨਾ ਹੁੰਦਾ ਹੈ ਕਿ ਕਿੰਨਾ ਅਮਾਉਂਟ ਬਕਾਇਆ ਹੈ ਅਤੇ ਕਿਸ ਵੱਲ। ਜਦੋਂ ਕਿ ਸਟਰੋਂਗ ਮੈਮਰੀ ਵਾਲਿਆਂ ਨੂੰ ਛੱਡ ਕੇ ਕੋਈ ਵੀ ਟ੍ਰਾਂਜੈਕਸ਼ਨਸ ਨਾਲ ਸੰਬੰਧਿਤ ਸਾਰੀ ਇਨਫੋਰਮੇਸ਼ਨ ਯਾਦ ਰੱਖਣ ਦੀ ਆਸ ਨਹੀਂ ਕਰ ਸਕਦਾ ਹੈ। ਇਸ ਤੋਂ ਬਿਨਾਂ ਬਿਜ਼ਨਸ ਦਾ ਆਬਜੈਕਟ ਪ੍ਰੋਫਿਟਸ ਅਰਨ ਕਰਨਾ ਹੈ ਅਤੇ ਹਰੇਕ ਮਰਚੈਂਟ ਫਾਈਨੈਂਸ਼ੀਅਲ ਈਅਰ ਦੇ ਅੰਤ ਵਿੱਚ ਇਹ ਜਾਣਨ ਦਾ ਯਤਨ ਕਰਦਾ ਹੈ ਕਿ ਸਾਲ ਦੇ ਸਮੇਂ ਉਸਨੇ ਕਿੰਨਾ ਪ੍ਰੋਫਿਟ ਕਮਾਇਆ। ਇਸ ਆਬਜੈਕਟਿਵ ਲਈ ਉਸਨੂੰ ਬਹੁਤ ਸਾਰੀ ਫੈਕਚੁਅਲ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ ਜਿਹੜੀ ਕਿ ਟ੍ਰਾਂਜੈਕਸ਼ਨ ਦੇ ਰਿਟਨ ਰਿਕਾਰਡਸ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਅਜਿਹਾ ਰਿਕਾਰਡ ਸਹੀ ਢੰਗ ਨਾਲ ਰੱਖਿਆ ਗਿਆ ਹੋਵੇ। ਜਿਵੇਂ ਕਿ ਅਕਾਊਂਟ ਬੁੱਕਸ ਨੂੰ ਸਹੀ ਢੰਗ ਨਾਲ ਮੇਨਟੇਨ ਕਰਨਾ ਇੱਕ ਬਿਜ਼ਨਸਮੈਨ ਲਈ ਇੰਡਿਸਪੈਂਸੇਬਲ ਹੁੰਦਾ ਹੈ। ਇਸ ਤੋਂ ਬਾਅਦ ਅਕਾਊਂਟਿੰਗ ਦੇ ਰਿਟਨ ਰਿਕਾਰਡਸ ਹੇਠ ਲਿਖੀ ਟਾਈਪ ਦੀ ਰਿਕੁਆਇਰਡ ਇਨਫੋਰਮੇਸ਼ਨ ਦੇ ਲਈ ਵੀ ਜ਼ਰੂਰੀ ਹੁੰਦੇ ਹਨ। ਪੀਰੀਅਡ ਦੌਰਾਨ ਟੋਟਲ ਰੈਵਨਿਊ ਕਿੰਨਾ ਹੈ। ਪੀਰੀਅਡ ਦੌਰਾਨ ਸੈਲਰੀਜ਼, ਵੇਜਸ, ਲਾਈਟਿੰਗ, ਇੰਸ਼ੋਰੈਂਸ, ਰੈਂਟ, ਟੈਕਸਿਸ ਆਦਿ ਤੇ ਕਿੰਨਾ ਐਕਸਪੈਂਡੀਚਰ ਹੁੰਦਾ ਹੈ। ਪ੍ਰੋਫਿਟ ਜਾਂ ਲਾਸ ਕਿੰਨਾ ਹੈ। ਕੈਪੀਟਲ ਕਿੰਨੀ ਹੈ ਅਤੇ ਉਸ ਵਿੱਚ ਇੰਕਰੀਜ਼ ਜਾਂ ਡਿਕਰੀਜ਼ ਦੇ ਕੀ ਰੀਜ਼ਨਸ ਹਨ। ਬਿਜ਼ਨਸ ਦੁਆਰਾ ਪੋਜ਼ੈਸਡ ਅਸੈਟਸ ਦੀ ਕੀ ਨੇਚਰ ਅਤੇ ਵੈਲਿਊ ਹੈ। ਲਾਇਬਿਲਿਟੀਜ਼ ਦੀ ਨੇਚਰ ਅਤੇ ਅਮਾਉਂਟ ਕਿੰਨੀ ਹੈ। ਉਹ ਕਸਟਮਰਸ ਜਿਨ੍ਹਾਂ ਨੇ ਬਿਜ਼ਨਸ ਤੋਂ ਉਧਾਰ ਲਿਆ ਹੁੰਦਾ ਹੈ ਅਤੇ ਹਰੇਕ ਕੇਸ ਵਿੱਚ ਰਾਸ਼ੀ। ਸਪਲਾਇਰਸ ਜਿਨ੍ਹਾਂ ਨੂੰ ਬਿਜ਼ਨਸ ਨੇ ਪੇਮੈਂਟਸ ਕਰਨੀ ਹੁੰਦੀਆਂ ਹਨ ਅਤੇ ਹਰੇਕ ਕੇਸ ਵਿੱਚ ਰਾਸ਼ੀ। ਅਤੇ ਵੈਲਿਊ ਐਡਡ ਟੈਕਸ ਜਾਂ ਇਨਕਮ ਟੈਕਸ ਫਾਈਲ ਕਰਨ ਲਈ ਹੋਰ ਫੈਕਟਸ। 20th ਸੈਂਚੁਰੀ ਦੇ ਫਰਸਟ ਡਿਕੇਡ ਤੋਂ ਲੈ ਕੇ ਹੁਣ ਤੱਕ ਅਕਾਊਂਟਿੰਗ ਦਾ ਰੋਲ ਸਿਰਫ ਰਿਕਾਰਡ ਕੀਪਿੰਗ ਤੋਂ ਬਦਲ ਗਿਆ ਹੈ। ਜਦੋਂ ਇਸ ਨੂੰ ਇਨਫੋਰਮੇਸ਼ਨ ਸਿਸਟਮ ਅਤੇ ਡਿਸੀਜਨ ਮੇਕਿੰਗ ਐਕਟੀਵਿਟੀ ਵਜੋਂ ਐਕਸੈਪਟ ਕੀਤਾ ਗਿਆ ਹੈ। ਟਰਮ ਅਕਾਊਂਟਿੰਗ ਦਾ ਹੌਲੀ-ਹੌਲੀ ਵਿਸਥਾਰ ਹੋ ਗਿਆ ਹੈ। ਇਹ ਹਿਸਟੋਰੀਕਲ ਆਰਡਰ ਦੇ ਅਰੇਂਜ ਕੀਤੀਆਂ ਡੈਫੀਨੇਸ਼ਨਸ ਤੋਂ ਸਿੱਧ ਹੁੰਦਾ ਹੈ। 1941 ਵਿੱਚ The American Institute of Certified Public Accountants AICPA ਨੇ ਅਕਾਊਂਟਿੰਗ ਨੂੰ ਇਸ ਤਰ੍ਹਾਂ ਡਿਫਾਈਨ ਕੀਤਾ। The art of recording, classifying and summarizing in a significant manner and in terms of money transactions and events which are in part at least of a financial character and interpreting the results thereof। ਇੱਕ ਪ੍ਰਭਾਵਸ਼ਾਲੀ ਢੰਗ ਨਾਲ ਰਿਕਾਰਡ ਕਰਨ, ਅੱਡ-ਅੱਡ ਕਰਨ ਅਤੇ ਸਾਰਾਂਸ਼ ਕੱਢਣ ਦੀ ਕਲਾ ਨੂੰ ਅਤੇ ਮਨੀ ਟ੍ਰਾਂਜੈਕਸ਼ਨਸ ਅਤੇ ਕੰਮਾਂ ਦੇ ਸੰਬੰਧ ਵਿੱਚ ਜੋ ਕਿ ਘੱਟੋ-ਘੱਟ ਇੱਕ ਫਾਈਨੈਂਸ਼ੀਅਲ ਕਰੈਕਟਰ ਦਾ ਭਾਗ ਹੁੰਦੇ ਹਨ ਅਤੇ ਇਸ ਦੇ ਨਤੀਜਿਆਂ ਦੀ ਵਿਆਖਿਆ ਕਰਦਾ ਹੈ। 1966 ਵਿੱਚ ਦ ਅਮਰੀਕਨ ਅਕਾਊਂਟਿੰਗ ਐਸੋਸੀਏਸ਼ਨ ਨੇ ਅਕਾਊਂਟਿੰਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ। The process of identifying, measuring
and communicating economic information to permit informed judgments and decisions by uses of the information. आर्थिक जानकारी ਨੂੰ ਪਹਿਚਾਨਣ, ਮਾਪਣ ਅਤੇ ਸੰਚਾਰ ਕਰਨ ਦੀ ਪ੍ਰਕਿਰਿਆ ਹੈ ਜੋ ਜਾਣਕਾਰੀ ਦੀ ਵਰਤੋਂ ਕਰਨ ਵਾਲਿਆਂ ਨੂੰ ਸੂਚਨਾ ਆਧਾਰਿਤ ਫੈਸਲੇ ਕਰਨ ਅਤੇ ਨਿਰਣੇ ਲੈਣ ਦੀ ਆਗਿਆ ਦਿੰਦਾ ਹੈ। 1970 ਵਿੱਚ ਅਕਾਊਂਟਿੰਗ ਪ੍ਰਿੰਸੀਪਲਸ ਬੋਰਡ APB of AICPA ਨੇ ਕਿਹਾ, The function of accounting is to provide quantitative information, primarily financial in nature, about economic entities that is intended to be useful in making economic decisions. Accounting ਦਾ ਕੰਮ ਮਾਤਰਕ ਜਾਣਕਾਰੀ ਪ੍ਰਦਾਨ ਕਰਨਾ ਹੈ, ਮੁੱਢਲੇ ਤੌਰ ਤੇ ਜਿਸ ਦੀ ਪ੍ਰਕਿਰਤੀ ਫਾਈਨੈਂਸ਼ੀਅਲ ਹੋਵੇ, ਆਰਥਿਕ ਇਕਾਈਆਂ ਬਾਰੇ ਜਿਹੜਾ ਕਿ ਆਰਥਿਕ ਨਿਰਣੇ ਲੈਣ ਵਿੱਚ ਲਾਭਦਾਇਕ ਹੁੰਦਾ ਹੈ। ਅਕਾਊਂਟਿੰਗ ਬਾਰੇ ਇਹ ਸਟੇਟਮੈਂਟਸ ਇਹ ਦਰਸਾਉਂਦੀਆਂ ਹਨ ਕਿ ਅਕਾਊਂਟਿੰਗ ਦਾ ਰੋਲ ਗ੍ਰੈਜੂਅਲੀ ਵਧ ਰਿਹਾ ਹੈ। ਇਸ ਤਰ੍ਹਾਂ ਨਾਲ ਅਕਾਊਂਟਿੰਗ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਆਇਡੈਂਟੀਫਾਈ ਕਰਦੀ ਹੈ, ਉਹਨਾਂ ਨੂੰ ਰਿਲੇਟਡ ਸਬਸਿਡੀਅਰੀ ਬੁੱਕਸ ਅਤੇ ਜਰਨਲ ਵਿੱਚ ਰਿਕਾਰਡ ਕਰਦੀ ਹੈ ਅਤੇ ਲੈਜਰ ਅਕਾਊਂਟਸ ਤਿਆਰ ਕਰਦੀ ਹੈ। ਟ੍ਰਾਇਲ ਬੈਲੈਂਸ ਲੈਜਰ ਅਕਾਊਂਟਸ ਦੇ ਬੈਲੈਂਸ ਤੋਂ ਤਿਆਰ ਹੁੰਦਾ ਹੈ ਅਤੇ ਫਾਈਨਲੀ ਫਾਈਨੈਂਸ਼ੀਅਲ ਸਟੇਟਮੈਂਟਸ ਸੰਬੰਧਿਤ ਪਾਰਟੀਜ਼ ਲਈ ਪ੍ਰੀਪੇਅਰ, ਰਿਪੋਰਟ ਅਤੇ ਕਮਿਊਨੀਕੇਟ ਕੀਤੀਆਂ ਜਾਂਦੀਆਂ ਹਨ। ਇਹ ਡੈਫੀਨੇਸ਼ਨਸ ਅਕਾਊਂਟਿੰਗ ਦੀਆਂ ਹੇਠ ਲਿਖੇ ਐਟਰੀਬਿਊਟ ਸਾਹਮਣੇ ਲਿਆਉਂਦੀਆਂ ਹਨ। ਅਕਾਊਂਟਿੰਗ ਇੱਕ ਆਰਟ ਹੈ ਕਿਉਂਕਿ ਇਹ ਸਾਨੂੰ ਬਿਜ਼ਨਸ ਟ੍ਰਾਂਜੈਕਸ਼ਨਸ ਦੀ ਰਿਕਾਰਡਿੰਗ, ਕਲਾਸੀਫਾਈਂਗ ਅਤੇ ਸਮਰਾਈਜ਼ਿੰਗ ਕਰਕੇ ਫਾਈਨੈਂਸ਼ੀਅਲ ਰਿਜ਼ਲਟਸ ਪਤਾ ਕਰਨ ਦੇ ਸਾਡੇ ਆਬਜੈਕਟਿਵ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ। ਅਕਾਊਂਟਿੰਗ ਬਿਜ਼ਨਸ ਟ੍ਰਾਂਜੈਕਸ਼ਨਸ ਦੇ ਹੋਣ ਤੋਂ ਬਾਅਦ ਉਸ ਨੂੰ ਅਕਾਊਂਟ ਬੁੱਕਸ ਵਿੱਚ ਇੱਕ ਸਿਸਟਮੈਟਿਕ ਮੈਨਰ ਨਾਲ ਰਿਕਾਰਡ ਕਰਨ ਦੀ ਇੱਕ ਕਲਾ ਹੈ। ਅਕਾਊਂਟਿੰਗ ਕੇਵਲ ਫਾਈਨੈਂਸ਼ੀਅਲ ਕਰੈਕਟਰ ਦੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੀ ਹੈ। ਉਹ ਟ੍ਰਾਂਜੈਕਸ਼ਨਸ ਜਿਨ੍ਹਾਂ ਨੂੰ ਮੋਨਿਟਰੀ ਟਰਮਸ ਵਿੱਚ ਨਹੀਂ ਦਰਸਾਇਆ ਜਾ ਸਕਦਾ ਹੈ, ਉਹਨਾਂ ਨੂੰ ਅਕਾਊਂਟਿੰਗ ਵਿੱਚ ਨਹੀਂ ਦਰਸਾਇਆ ਜਾ ਸਕਦਾ ਹੈ। ਅਕਾਊਂਟਿੰਗ ਟ੍ਰਾਂਜੈਕਸ਼ਨਸ ਨੂੰ ਮਨੀ ਦੇ ਟਰਮਸ ਵਿੱਚ ਦਰਸਾ ਕੇ ਰਿਕਾਰਡ ਕਰਦੀ ਹੈ। ਅਕਾਊਂਟਿੰਗ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਕਲਾਸੀਫਾਈ ਕਰਨ ਦੀ ਕਲਾ ਹੈ। ਕਲਾਸੀਫਿਕੇਸ਼ਨ ਦਾ ਪ੍ਰੋਸੈਸ ਇੱਕ ਹੀ ਨੇਚਰ ਦੀਆਂ ਟ੍ਰਾਂਜੈਕਸ਼ਨਸ ਅਤੇ ਐਂਟਰੀਜ਼ ਨੂੰ ਇੱਕੋ ਥਾਂ ਤੇ ਗਰੁੱਪ ਬਣਾਉਣਾ ਹੁੰਦਾ ਹੈ। ਇਹ ਇੱਕ ਬੁੱਕ ਵਿੱਚ ਅਕਾਊਂਟਸ ਓਪਨ ਕਰਕੇ ਕੀਤੀ ਜਾਂਦੀ ਹੈ ਜਿਸ ਨੂੰ ਲੈਜਰ ਕਿਹਾ ਜਾਂਦਾ ਹੈ। ਅਕਾਊਂਟਿੰਗ ਬਿਜ਼ਨਸ ਡੇਟਾ ਦਾ ਇਸ ਢੰਗ ਨਾਲ ਸਮਰੀ ਕੱਢਣ ਦੀ ਕਲਾ ਹੈ ਜੋ ਕਿ ਮੈਨੇਜਮੈਂਟ ਅਤੇ ਹੋਰ ਇੰਟਰਸਟਿਡ ਪਾਰਟੀਜ਼ ਲਈ ਅੰਡਰਸਟੈਂਡੇਬਲ ਅਤੇ ਯੂਸਫੁਲ ਹੋਵੇ। ਇਸ ਵਿੱਚ ਫਾਈਨਲ ਅਕਾਊਂਟਸ ਤਿਆਰ ਕਰਨਾ ਸ਼ਾਮਲ ਹੈ ਜਿਸ ਵਿੱਚ ਇਹ ਸ਼ਾਮਲ ਹਨ ਟ੍ਰਾਇਲ ਬੈਲੈਂਸ, ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਅਤੇ ਬੈਲੈਂਸ ਸ਼ੀਟ। ਅਕਾਊਂਟਿੰਗ ਰਿਜ਼ਲਟਸ ਦੇ ਐਨਾਲਿਸਿਸ ਅਤੇ ਇੰਟਰਪ੍ਰੀਟੇਸ਼ਨ ਲਈ ਹੈਲਪਫੁਲ ਹੈ। ਹਮੇਸ਼ਾ ਹੀ ਇਹ ਮਿਸਕਨਸੈਪਸ਼ਨ ਰਿਹਾ ਹੈ ਕਿ ਅਕਾਊਂਟਿੰਗ ਵਿੱਚ ਸਿਰਫ ਫਾਈਨੈਂਸ਼ੀਅਲ ਫਿਗਰਸ ਹੀ ਇਨਵੋਲਵ ਕੀਤੀਆਂ ਜਾਂਦੀਆਂ ਹਨ। ਪ੍ਰੋਫਿਟੇਬਿਲਿਟੀ ਤੇ ਫਾਈਨੈਂਸ਼ੀਅਲ ਫਿਗਰਸ ਅਤੇ ਫਾਈਨੈਂਸ਼ੀਅਲ ਪੋਜੀਸ਼ਨ ਥੋੜੀ ਇਨਫੋਰਮੇਸ਼ਨ ਦਿੰਦੀ ਹੈ ਅਤੇ ਕਈ ਵਾਰ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਨੂੰ ਮਿਸਲੈਡ ਵੀ ਕਰ ਸਕਦਾ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਦੀ ਫੰਡਾਮੈਂਟਲ ਕਰੈਕਟਰਿਸਟਿਕਸ ਟਰੁਥ ਅਤੇ ਫੇਅਰਨੈਸ ਹੈ। ਇੱਕ ਐਂਟਰਪ੍ਰਾਈਜ਼ ਦਾ ਆਡੀਟਰ ਆਪਣੀ ਰਿਪੋਰਟ ਵਿੱਚ ਇੱਕ ਸਟੇਟਮੈਂਟ ਬਣਾਉਂਦਾ ਹੈ ਕਿ ਉਸ ਦੇ ਵਿਚਾਰ ਵਿੱਚ ਫਾਈਨੈਂਸ਼ੀਅਲ ਸਟੇਟਮੈਂਟਸ ਸੱਚੀ ਅਤੇ ਸਪਸ਼ਟ ਦਿਖਾ ਰਿਹਾ ਹੈ। ਇਸ ਦਾ ਮਤਲਬ ਹੈ ਬੈਲੈਂਸ ਸ਼ੀਟ ਨੂੰ ਕੰਮਾਂ ਦੀ ਸਥਿਤੀ ਦੀ ਸੱਚੀ ਅਤੇ ਸਪਸ਼ਟ ਅਤੇ ਲਾਭ ਅਤੇ ਹਾਨੀ ਅਕਾਊਂਟ ਯਾਨੀ ਪ੍ਰੋਫਿਟ ਐਂਡ ਲਾਸ ਅਕਾਊਂਟ ਸਮੇਂ ਲਈ ਲਾਭ ਜਾਂ ਹਾਨੀ ਦੀ ਸੱਚੀ ਅਤੇ ਸਹੀ ਦਿੱਖ ਪ੍ਰਦਾਨ ਕਰਨੀ ਚਾਹੀਦੀ ਹੈ। ਕੁਆਲਿਟੇਟਿਵ ਇਨਫੋਰਮੇਸ਼ਨ ਫਾਈਨੈਂਸ਼ੀਅਲ ਫਿਗਰਸ ਨੂੰ ਸਿੰਪਲੀਫਾਈ ਅਤੇ ਐਕਸਪੈਂਡ ਕਰਦਾ ਹੈ ਤਾਂ ਜੋ ਰਿਜ਼ਲਟਸ ਨੂੰ ਈਜ਼ੀਲੀ ਅੰਡਰਸਟੈਂਡ ਕਰਨ ਅਤੇ ਕੰਪੈਰੇਬਿਲਿਟੀ ਨੂੰ ਯਕੀਨੀ ਬਣਾਇਆ ਜਾ ਸਕੇ।
ਇਹਨਾਂ ਫੰਡਾਮੈਂਟਲ ਕਰੈਕਟਰਿਸਟਿਕਸ ਤੋਂ ਬਿਨਾ ਹੋਰ ਕੁਆਲਿਟੇਟਿਵ ਕਰੈਕਟਰਿਸਟਿਕਸ ਜਾਂ ਐਟਰੀਬਿਊਟਸ ਹਨ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਇਨਫੋਰਮੇਸ਼ਨ ਕੰਟੈਂਟ ਨੂੰ ਉਸਦੇ ਯੂਜ਼ਰਸ ਲਈ ਹੋਰ ਵੀ ਮੀਨਿੰਗਫੁਲ ਬਣਾ ਦਿੰਦਾ ਹੈ। ਇਹ ਕੁਆਲਿਟੇਟਿਵ ਕਰੈਕਟਰਿਸਟਿਕਸ ਹਨ ਰਿਲਾਇਬਿਲਿਟੀ, ਰੈਲੇਵੈਂਸ, ਅੰਡਰਸਟੈਂਡੇਬਿਲਿਟੀ, ਕੰਪੇਅਰੇਬਿਲਿਟੀ। आओ इन एट्रीब्यूट्स बारे एक एक करके चर्चा करिए। रिलायबिलिटी, भरोसेयोग्यता। रिलायबिलिटी नूं रिप्रेजेंटेशनल रूप विच फेथफुलनेस, वेरीफेबिलिटी अते न्यूट्रैलिटी कहा जा सकता है, जिस दे नाल कंप्लीटनेस, फ्रीडम फ्रॉम बायस, प्रिसीजन अते अनसर्टेनिटी होवे। फाइनैंशियल स्टेटमेंट्स न्यूट्रल नहीं होंदियां हन जेकर इन्फॉर्मेशन दी सिलेक्शन अते प्रेजेंटेशन नाल उन्हां नूं प्री डिटरमाइंड रिजल्ट जां इनकम प्राप्त करन लई एक डिसीजन जां जजमेंट लैण लई इन्फ्लुएंस ना कीता जावे। अकाउंटिंग इन्फॉर्मेशन विच रिलायबिलिटी दी क्वालिटी होनी चाहिदी है जेकर ਉਹ ਮਟੀਰੀਅਲ ਐਰਰਸ ਬਾਇਸ ਤੋਂ ਵੀ ਫ੍ਰੀ ਹੋਵੇ। ਅਕਾਊਂਟਿੰਗ ਇਨਫੋਰਮੇਸ਼ਨ ਜੇਕਰ ਰਿਲਾਇਬਲ ਨਾ ਹੋਵੇ ਤਾਂ ਉਹ ਕੰਮ ਦੀ ਨਹੀਂ ਹੁੰਦੀ ਹੈ। ਰਿਲਾਇਬਿਲਿਟੀ ਲਈ ਫਾਈਨੈਂਸ਼ੀਅਲ ਇਨਫੋਰਮੇਸ਼ਨਸ ਨੂੰ ਹੇਠ ਲਿਖੇ ਗੁਣਾਂ ਦੀ ਲੋੜ ਹੁੰਦੀ ਹੈ। ਫੇਥਫੁਲ ਪ੍ਰੈਜੈਂਟੇਸ਼ਨ ਆਫ ਇਨਫੋਰਮੇਸ਼ਨ, ਜਾਣਕਾਰੀ ਦੀ ਈਮਾਨਦਾਰ ਪੇਸ਼ਕਾਰੀ। ਇਸ ਦਾ ਭਾਵ ਹੈ कि अकाउंटिंग इन्फॉर्मेशन इस ढंग नाल प्रेजेंट की जानी चाहिए है कि ये अकाउंटिंग इन्फॉर्मेशन दे वख-वख यूजर्स वालों विश्वास करन योग होवे। ये फाइनैंशियल ट्रांजैक्शंस दी ट्रू एंड फेयर व्यू वाली होनी चाहिए है। न्यूट्रैलिटी, निरपक्षता। न्यूट्रैलिटी दा भाव है अवेलेबल अकाउंटिंग इन्फॉर्मेशन बायसनेस तो सफर नहीं होनी चाहिए है। बायस्ड अकाउंटिंग इन्फॉर्मेशन मिसलेड करन वाली होंदी है अते गलत एनालिसिस करन अते डिसीजंस लैण वल ले जांदी है। सबस्टेंस ओवर फॉर्म, रूप नालों तत्त। अकाउंटिंग इन्फॉर्मेशन दे मीनिंगफुल होण लई इस नूं इन्फॉर्मेशन दे सबस्टेंस अनुसार चलना चाहिए है, ना कि सिर्फ उसदे लीगल फॉर्म तो। प्रूडेंस, कुशलता। अकाउंटिंग इन्फॉर्मेशन प्रूडेंस दे प्रिंसिपल जां कंजरवेटिज्म अनुसार बनाई जानी चाहिए है। भाव के अकाउंटिंग इन्फॉर्मेशन सारे प्रोस्पेक्टिव प्रॉफिट्स नूं छड्ड के हो सकण वाले सारे प्रोस्पेक्टिव लॉसेस नूं ध्यान विच रख के बनाई जानी चाहिए है। दूजे शब्दां विच रिलायबिलिटी दी क्वालिटी वधदी है जेकर अकाउंटिंग इन्फॉर्मेशन असल विच जो है उस तो बेटर पिक्चर दिखाने की कोशिश ना करे। कंप्लीटनेस, पूर्णता। दिती गई अकाउंटिंग इन्फॉर्मेशन सारे फैक्ट्स तो पूर्ण होनी चाहिए है क्योंकि इनकम्प्लीट इन्फॉर्मेशन मिसलेड कर सकती है। अकाउंटिंग इन्फॉर्मेशन की दूजी क्वालिटेटिव करैक्टरिस्टिक संबंधता यानी रेलेवेंस है। रेलेवेंस एक अजिही क्वालिटी है जिस ते हरेक अकाउंटिंग फ्रेमवर्क विच जोर दिता जाता है। The International Accounting Standards Board (IASB) says that information is relevant when it influences the economic decisions of users by helping them evaluate past, present, or future events, or confirming or correcting their past evaluations. ਜਦੋਂ ਇਹ ਵਰਤੋਂਕਾਰਾਂ ਦੇ ਆਰਥਿਕ ਨਿਰਣਿਆਂ ਨੂੰ ਉਹਨਾਂ ਦੀ ਭੂਤ, ਵਰਤਮਾਨ ਅਤੇ ਭਵਿੱਖ ਦੀਆਂ ਘਟਨਾਵਾਂ ਦਾ ਮੁਲਾਂਕਣ ਕਰਕੇ ਜਾਂ ਉਹਨਾਂ ਦੇ ਪੁਰਾਣੇ ਮੁਲਾਂਕਣਾਂ ਨੂੰ ਕਨਫਰਮ ਜਾਂ ਠੀਕ ਕਰਕੇ ਪ੍ਰਭਾਵਿਤ ਕਰਦੀ ਹੈ। ਰੈਲੇਵੈਂਟ ਹੋਣ ਲਈ ਅਕਾਊਂਟਿੰਗ ਇਨਫੋਰਮੇਸ਼ਨ ਯੂਜ਼ਰਸ ਦੇ ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ ਇਵੈਂਟਸ ਦੇ ਰਿਜ਼ਲਟਸ ਦਾ ਪ੍ਰੈਡਿਕਸ਼ਨ ਲਗਾਉਣ ਲਈ ਅਤੇ ਡਿਸੀਜਨ ਵਿੱਚ ਡਿਫਰੈਂਸ਼ੀਏਟ ਕਰਨ ਦੇ ਯੋਗ ਹੋਣੀ ਚਾਹੀਦੀ ਹੈ। ਇਨਫੋਰਮੇਸ਼ਨ ਦੀ ਰੈਲੇਵੈਂਸ ਉਸ ਦੀ ਨੇਚਰ ਅਤੇ ਮਟੀਰੀਅਲਿਟੀ ਨਾਲ ਪ੍ਰਭਾਵਿਤ ਹੁੰਦੀ ਹੈ। ਜੇਕਰ ਕੋਈ ਆਈਟਮ ਜਾਂ ਇਵੈਂਟ ਮਟੀਰੀਅਲ ਹੈ
ਇਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਨਾਲ ਰੈਲੇਵੈਂਟ ਹੋ ਸਕਦੀ ਹੈ। ਅਕਾਊਂਟਿੰਗ ਇਨਫੋਰਮੇਸ਼ਨ ਨੂੰ ਸਟੈਚੂਟਰੀਲੀ ਰਿਕੁਆਇਰਡ ਡਿਸਕਲੋਜ਼ਰਸ ਨੂੰ ਡਿਸਕਲੋਜ਼ ਕਰਨ ਤੋਂ ਬਿਨਾਂ ਉਸ ਦੇ ਯੂਜ਼ਰਸ ਦੀ ਰੈਲੇਵੈਂਸ ਨੂੰ ਜੱਜ ਕਰਨ ਤੋਂ ਬਾਅਦ ਹੋਰ ਇਨਫੋਰਮੇਸ਼ਨ ਨੂੰ ਡਿਸਕਲੋਜ਼ ਕਰਨਾ ਚਾਹੀਦਾ ਹੈ। ਉਦਾਹਰਨ ਲਈ ਬੋਰੋਇੰਗਸ ਤੇ ਇੰਟਰਸਟ ਬਿਨਾਂ ਰੇਟ ਆਫ ਇੰਟਰਸਟ ਦੀ ਵਿਆਖਿਆ ਕੀਤੇ ਦਿਖਾਇਆ ਜਾਣਾ ਚਾਹੀਦਾ ਹੈ। ਇਸ ਲਈ ਯੂਜ਼ਰਸ ਵੱਖ-ਵੱਖ ਤਰ੍ਹਾਂ ਦੇ ਬੋਰੋਡ ਫੰਡਸ ਤੇ ਇੰਟਰਸਟ ਕਾਸਟ ਨੂੰ ਲਿੰਕ ਨਹੀਂ ਕਰ ਸਕਦੇ ਹਨ। ਇਸ ਪ੍ਰੋਸੈਸ ਵਿੱਚ ਉਹ ਫਾਈਨੈਂਸਿੰਗ ਡਿਸੀਜਨਸ ਦੀ ਰੈਸ਼ਨੈਲਿਟੀ ਨੂੰ ਅਪਰੀਸ਼ੀਏਟ ਕਰਨ ਵਿੱਚ ਫੇਲ ਹੋ ਜਾਂਦੇ ਹਨ। ਜਨਰਲੀ ਸਟੈਚੂਟਰੀਲੀ ਜਾਂ ਲੀਗਲੀ ਰਿਕੁਆਇਰਡ ਇਨਫੋਰਮੇਸ਼ਨ ਨੂੰ ਹੀ ਡਿਸਕਲੋਜ਼ ਕੀਤਾ ਜਾਂਦਾ ਹੈ। ਇਨਫੋਰਮੇਸ਼ਨ ਦੀ ਡਿਸਕਲੋਜ਼ਰ ਰਿਕੁਆਇਰਮੈਂਟਸ ਪਬਲਿਕ ਡਿਬੇਟ ਜੋ ਕਿ ਯੂਜ਼ਰਸ ਦੇ ਵਿਊਜ਼ ਤੇ ਕ੍ਰਾਸ ਸੈਕਸ਼ਨਸ ਨੂੰ ਦਰਸਾਉਂਦੀ ਹੈ ਤੋਂ ਬਾਅਦ ਸੈੱਟ ਕੀਤੀਆਂ ਜਾਂਦੀਆਂ ਹਨ। ਪਰ ਇੱਕ ਪਰਟੀਕੂਲਰ ਸਰਕਮਸਟੈਂਸ ਵਿੱਚ ਰੈਲੇਵੈਂਟ ਇਨਫੋਰਮੇਸ਼ਨ ਨੂੰ ਜਨਰਲਾਈਜ਼ਡ ਅਤੇ ਸਪੈਸੀਫਾਈਡ ਨਹੀਂ ਕੀਤਾ ਜਾ ਸਕਦਾ ਹੈ। ਐਂਟਰਪ੍ਰਾਈਜ਼ ਦੀ ਮੈਨੇਜਮੈਂਟ ਇਨਫੋਰਮੇਸ਼ਨ ਦੇ ਕੰਟੈਂਟਸ ਦਾ ਡਿਸੀਜਨਸ ਕਰਨ ਵਿੱਚ ਬੈਸਟ ਪੋਜੀਸ਼ਨ ਵਿੱਚ ਹੁੰਦੀ ਹੈ। ਇਹ ਨੋਟ ਕਰਨਯੋਗ ਹੈ ਕਿ ਇਨਫੋਰਮੇਸ਼ਨ ਦੀ ਰੈਲੇਵੈਂਸ ਹਮੇਸ਼ਾ ਪ੍ਰਿੰਸੀਪਲ ਆਫ ਮਟੀਰੀਅਲਿਟੀ ਦੁਆਰਾ ਗਾਈਡਡ ਹੁੰਦੀ ਹੈ। ਅਕਾਊਂਟਿੰਗ ਇਨਫੋਰਮੇਸ਼ਨ ਦੀ ਤੀਜੀ ਕੁਆਲਿਟੇਟਿਵ ਕਰੈਕਟਰਿਸਟਿਕ ਸਮਝਣ ਯੋਗਤਾ ਯਾਨੀ ਅੰਡਰਸਟੈਂਡੇਬਿਲਿਟੀ ਹੈ। ਰੈਲੇਵੈਂਸ ਦੇ ਨਾਲ-ਨਾਲ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਇਨਫੋਰਮਡ ਅਤੇ ਡਿਸੀਜਨਸ ਲੈਣ ਦੇ ਯੋਗ ਹੋ ਜਾਂਦੇ ਹਨ ਜੇਕਰ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਕੰਟੈਂਟਸ ਨੂੰ ਇੰਟਰਪ੍ਰੇਟ ਕਰਨ ਦੇ ਯੋਗ ਹੋ ਜਾਣ। ਅੰਡਰਸਟੈਂਡੇਬਿਲਿਟੀ ਤੋਂ ਭਾਵ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੁਆਰਾ ਦਿੱਤੀ ਇਨਫੋਰਮੇਸ਼ਨ ਇਸ ਮੈਨਰ ਨਾਲ ਪ੍ਰੈਜ਼ੈਂਟ ਕੀਤੀ ਜਾਣੀ ਚਾਹੀਦੀ ਹੈ ਕਿ ਯੂਜ਼ਰਸ ਉਸ ਨੂੰ ਉਸੇ ਮੈਨਰ ਵਿੱਚ ਅੰਡਰਸਟੈਂਡ ਕਰਨ ਦੇ ਯੋਗ ਹੋਣ ਜਿਸ ਵਿੱਚ ਉਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ। ਜੇਕਰ ਇਨਫੋਰਮੇਸ਼ਨ ਨੂੰ ਯੂਜ਼ਰਸ ਦੇ ਡਿਸੀਜਨ ਮੇਕਿੰਗ ਲਈ ਸੰਬੰਧਿਤ ਮੰਨਿਆ ਗਿਆ ਹੋਵੇ ਇਸ ਨੂੰ ਫਿਰ ਵੀ ਡਿਸਕਲੋਜ਼ ਕੀਤਾ ਜਾਣਾ ਚਾਹੀਦਾ ਹੈ ਚਾਹੇ ਇਨਫੋਰਮੇਸ਼ਨ ਅਤੇ ਕਾਮਨ ਯੂਜ਼ਰਸ ਲਈ ਰੀਡਲੀ ਅੰਡਰਸਟੈਂਡੇਬਲ ਨਾ ਹੋਵੇ। ਲਾਅ ਦੇ ਇਨਫੋਰਮੇਸ਼ਨ ਡਿਸਕਲੋਜ਼ਰ ਦੀ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਭਾਵੇਂ ਇਨਫੋਰਮੇਸ਼ਨ ਕਿੰਨੀ ਵੀ ਕੰਪਲੈਕਸ ਕਿਉਂ ਨਾ ਹੋਵੇ। ਅੰਡਰਸਟੈਂਡੇਬਿਲਿਟੀ ਇੱਕ ਇੰਟੈਂਡਡ ਮੀਨਿੰਗ ਦਾ ਕਮਿਊਨੀਕੇਸ਼ਨ ਹੈ। ਇਹ ਅਕਾਊਂਟੈਂਟ ਅਤੇ ਡਿਸੀਜਨ ਮੇਕਰ ਦੋਵਾਂ ਤੇ ਡਿਪੈਂਡ ਕਰਦਾ ਹੈ। ਅਕਾਊਂਟੈਂਟ ਨੂੰ ਫਾਈਨੈਂਸ਼ੀਅਲ ਇਨਫੋਰਮੇਸ਼ਨ ਬਣਾਉਣੀ ਚਾਹੀਦੀ ਹੈ ਅਤੇ ਇਸ ਢੰਗ ਨਾਲ ਪ੍ਰੈਜ਼ੈਂਟ ਕਰਨੀ ਚਾਹੀਦੀ ਹੈ ਕਿ ਉਹ ਉਸ ਦੇ ਇੰਟੈਂਡਡ ਯੂਜ਼ਰਸ ਦੁਆਰਾ ਆਸਾਨੀ ਨਾਲ ਅੰਡਰਸਟੈਂਡੇਬਲ ਅਤੇ ਇੰਟਰਪ੍ਰੇਟ ਕਰਨ ਯੋਗ ਹੋਵੇ। ਭਾਵੇਂ ਦਿੱਤੀ ਜਾਣਕਾਰੀ ਦੀ ਕਾਫੀ ਅੰਡਰਸਟੈਂਡੇਬਿਲਿਟੀ ਉਸ ਦੇ ਯੂਜ਼ਰ ਤੇ ਨਿਰਭਰ ਕਰਦੀ ਹੈ। ਆਮ ਤੌਰ ਤੇ ਐਕਸਟਰਨਲ ਫਾਈਨੈਂਸ਼ੀਅਲ ਰਿਪੋਰਟਸ ਵਿੱਚ ਪੇਸ਼ ਕੀਤੀ ਗਈ ਇਨਫੋਰਮੇਸ਼ਨ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਲਈ ਅੰਡਰਸਟੈਂਡੇਬਲ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਨਾ ਕੇਵਲ ਬਿਜ਼ਨਸ, ਇਕੋਨੋਮਿਕ ਐਕਟੀਵਿਟੀਜ਼ ਅਤੇ ਅਕਾਊਂਟਿੰਗ ਦਾ ਕਾਫੀ ਗਿਆਨ ਹੁੰਦਾ ਹੈ ਬਲਕਿ ਇਨਫੋਰਮੇਸ਼ਨ ਨੂੰ ਵਿਲਿੰਗਲੀ ਸਟੱਡੀ ਕਰਨ ਦੀ ਇੱਛਾ ਹੁੰਦੀ ਹੈ। ਅਕਾਊਂਟਿੰਗ ਇਨਫੋਰਮੇਸ਼ਨ ਦੀ ਚੌਥੀ ਕੁਆਲਿਟੇਟਿਵ ਕਰੈਕਟਰਿਸਟਿਕ ਹੈ ਤੁਲਨਾਤਮਕਤਾ यानी कंपेरेबिलिटी। अकाउंटिंग इन्फॉर्मेशन दी अगली क्वालिटेटिव करैक्टरिस्टिक कंपेरेबिलिटी है। यूजर्स एक एंटरप्राइज दी फाइनेंशियल स्टेटमेंट्स नू टाइम नाल कंपेयर करन योग होने चाहिए हैं तां जो परफॉर्मेंस अते फाइनेंशियल पोजीशन दा अंदाजा लगाया जा सके। फाइनेंशियल इन्फॉर्मेशन प्रीसीडिंग पीरियड्स की कोरस्पोंडिंग इन्फॉर्मेशन नाल प्रेजेंट की जानी चाहिए है तां जो एक एंटरप्राइज की अकाउंटिंग इन्फॉर्मेशन का कंपैरिजन होर एंटरप्राइजेस नाल कीता जा सके। एक एंटरप्राइज की अकाउंटिंग इन्फॉर्मेशन की तुलना उसे एंटरप्राइज के किसी होर समय नाल कीती जाती है इंट्रा फर्म कंपैरिजन कहा जाता है जां होर एंटरप्राइजेस नाल कीती जाती है जिसनों के इंटर फर्म कंपैरिजन कहा जाता है। इसलिए जिथे तक संभव होवे स्टैंडर्डाइज्ड अकाउंटिंग पॉलिसीज ते चलना जरूरी होंदा है।
ਅਕਾਊਂਟਿੰਗ ਇਨਫੋਰਮੇਸ਼ਨ ਦੇ ਯੂਸਫੁਲ ਹੋਣ ਲਈ ਇਹਨਾਂ ਸਾਰੀਆਂ ਕਰੈਕਟਰਿਸਟਿਕਸ ਦਾ ਹੋਣਾ ਜ਼ਰੂਰੀ ਹੁੰਦਾ ਹੈ। ਅਸੀਂ ਇਸ ਨੂੰ ਇੱਕ ਡਾਇਆਗ੍ਰਾਮ ਦੀ ਸਹਾਇਤਾ ਨਾਲ ਸਮਝਾ ਸਕਦੇ ਹਾਂ। ਡਾਇਆਗ੍ਰਾਮ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਰਿਲਾਇਬਿਲਿਟੀ ਅਤੇ ਰੈਲੇਵੈਂਸ ਜਿਹੀਆਂ ਕੁਆਲਿਟੇਟਿਵ ਕਰੈਕਟਰਿਸਟਿਕਸ ਵਿੱਚ ਬਣਾਈ ਅਕਾਊਂਟਿੰਗ ਇਨਫੋਰਮੇਸ਼ਨ ਯੂਸਫੁਲ ਹੋ ਸਕਦੀ ਹੈ, ਪਰ ਅੰਡਰਸਟੈਂਡੇਬਿਲਿਟੀ ਅਤੇ ਕੰਪੇਅਰੇਬਿਲਿਟੀ ਦੀ ਘਾਟ ਵਿੱਚ ਇਸ ਦੀ ਯੂਸਫੁਲਨੈਸ ਘਟ ਜਾਂਦੀ ਹੈ। ਅਕਾਊਂਟਿੰਗ ਦਾ ਸਕੋਪ ਅਨਲਿਮਿਟਿਡ ਹੈ, ਭਾਵ ਇਹ ਸਿਰਫ ਟ੍ਰੇਡਿੰਗ ਕੰਸਰਨਸ ਲਈ ਹੀ ਮਹੱਤਵਪੂਰਨ ਨਹੀਂ ਹਨ, ਸਗੋਂ ਨਾਨ ਟ੍ਰੇਡਿੰਗ ਆਰਗੇਨਾਈਜੇਸ਼ਨ, ਪ੍ਰੋਫੈਸ਼ਨਲਸ, ਇੰਡੀਵਿਜੂਅਲਸ ਅਤੇ ਗਵਰਨਮੈਂਟ ਲਈ ਵੀ ਯੂਸਫੁਲ ਹੁੰਦੀਆਂ ਹਨ। ਅਕਾਊਂਟਿੰਗ ਅਜੇ ਵੀ ਐਵੋਲਿਊਸ਼ਨ ਦੇ ਪ੍ਰੋਸੈਸ ਵਿੱਚ ਹੈ। ਅਕਾਊਂਟਿੰਗ ਦਾ ਵਿਕਾਸ ਬਿਜ਼ਨਸ ਦੇ ਰੈਪਿਡ ਗਰੋਥ ਨਾਲ ਹੋਇਆ ਹੈ। ਬਿਜ਼ਨਸ ਵਰਲਡ ਦੀਆਂ ਚੇਂਜਿੰਗ ਰਿਕੁਆਇਰਮੈਂਟਸ ਨੂੰ ਮੀਟ ਕਰਨ ਲਈ ਅਕਾਊਂਟੈਂਟਸ ਨੇ ਅਕਾਊਂਟਿੰਗ ਦੀਆਂ ਵੱਖ-ਵੱਖ ਸਪੈਸ਼ਲਾਈਜ਼ਡ ਬ੍ਰਾਂਚਸ ਬਣਾ ਦਿੱਤੀਆਂ ਹਨ। ਅਕਾਊਂਟੈਂਸੀ ਦੀਆਂ ਇੰਪੋਰਟੈਂਟ ਬ੍ਰਾਂਚਸ ਹਨ ਫਾਈਨੈਂਸ਼ੀਅਲ ਅਕਾਊਂਟਿੰਗ, ਕਾਸਟ ਅਕਾਊਂਟਿੰਗ ਅਤੇ ਮੈਨੇਜਮੈਂਟ ਅਕਾਊਂਟਿੰਗ। ਅਕਾਊਂਟਿੰਗ ਜਿਹੜੀ ਫਾਈਨਲ ਅਕਾਊਂਟਸ ਤਿਆਰ ਕਰਦੀ ਹੈ ਨੂੰ ਫਾਈਨੈਂਸ਼ੀਅਲ ਅਕਾਊਂਟਿੰਗ ਕਿਹਾ ਜਾਂਦਾ ਹੈ। ਫਾਈਨੈਂਸ਼ੀਅਲ ਅਕਾਊਂਟਿੰਗ ਫਾਈਨੈਂਸ਼ੀਅਲ ਕੈਰੈਕਟਰ ਦੀਆਂ ਟ੍ਰਾਂਜੈਕਸ਼ਨਸ ਦੀ ਰਿਕਾਰਡਿੰਗ, ਸਮਰਾਈਜ਼ਿੰਗ ਅਤੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਕਰਨ ਅਤੇ ਯੂਜ਼ਰਸ ਤੱਕ ਰਿਜ਼ਲਟਸ ਨੂੰ ਕਮਿਊਨੀਕੇਟ ਕਰਨ ਨਾਲ ਸੰਬੰਧਿਤ ਹਨ। ਇਹ ਇੱਕ ਸਮੇਂ ਦੌਰਾਨ, ਆਮ ਕਰਕੇ 1 ਸਾਲ ਲਈ, ਅਰਨਡ ਪ੍ਰੋਫਿਟ ਜਾਂ ਲਾਸਸ ਨੂੰ ਪਤਾ ਕਰਦਾ ਹੈ ਅਤੇ ਉਸ ਡੇਟ ਨੂੰ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਕਰਦਾ ਹੈ ਜਦੋਂ ਅਕਾਊਂਟਿੰਗ ਪੀਰੀਅਡ ਖਤਮ ਹੁੰਦਾ ਹੈ। ਇਹ ਪ੍ਰੋਪਰਾਈਟਰ, ਕ੍ਰੈਡੀਟਰਸ, ਇਨਵੈਸਟਰਸ, ਇੰਪਲੋਈਜ਼, ਮੈਨੇਜਮੈਂਟ, ਗਵਰਨਮੈਂਟ ਆਦਿ ਦੁਆਰਾ ਵਰਤੀ ਜਾਂਦੀ ਹੈ। ਕਾਸਟ ਅਕਾਊਂਟਿੰਗ ਕਰੰਟ ਅਤੇ ਬਜਟਡ ਕਾਸਟ ਦੀ ਕਲਾਸੀਫਿਕੇਸ਼ਨ, ਰਿਕਾਰਡਿੰਗ, ਐਲੋਕੇਸ਼ਨ ਅਤੇ ਸਮਰਾਈਜ਼ੇਸ਼ਨ ਨਾਲ ਸੰਬੰਧਿਤ ਹੈ। ਕਾਸਟ ਅਕਾਊਂਟਿੰਗ ਦਾ ਆਬਜੈਕਟਿਵ ਇੱਕ ਬਿਜ਼ਨਸ ਦੁਆਰਾ ਪ੍ਰੋਡਿਊਸਡ ਗੁੱਡਸ ਅਤੇ ਸਰਵਿਸਿਜ਼ ਰੈਂਡਰਡ ਦੀ ਕਾਸਟ ਪਤਾ ਕਰਨਾ ਹੈ। ਇਹ ਬਿਜ਼ਨਸ ਦੇ ਅਵੇਲੇਬਲ ਲਾਸਸ ਅਤੇ ਵੇਸਟਸ ਬਾਰੇ ਦੱਸ ਕੇ ਐਕਸਪੈਂਸਿਸ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦੀ ਹੈ। ਇਸ ਦੇ ਨਾਲ ਇਹ ਬਹੁਤ ਸਾਰੇ ਇਸ਼ੂਜ਼ ਜਿਵੇਂ ਪ੍ਰਾਈਸ ਫਿਕਸੇਸ਼ਨ ਤੇ ਡਿਸੀਜਨਸ ਲੈਣ ਵਿੱਚ ਮੈਨੇਜਮੈਂਟ ਦੀ ਸਹਾਇਤਾ ਵੀ ਕਰਦੀ ਹੈ। ਮੈਨੇਜਮੈਂਟ ਅਕਾਊਂਟਿੰਗ ਅਕਾਊਂਟਿੰਗ ਦੀ ਮੋਸਟ ਰੀਸੈਂਟਲੀ ਡਿਵੈਲਪਡ ਬ੍ਰਾਂਚ ਹੈ। ਇਹ ਫੰਡਸ, ਕਾਸਟਸ ਅਤੇ ਪ੍ਰੋਫਿਟਸ ਆਦਿ ਬਾਰੇ ਅਕਾਊਂਟਿੰਗ ਇਨਫੋਰਮੇਸ਼ਨ ਜਨਰੇਟ ਕਰਨ ਨਾਲ ਸੰਬੰਧਿਤ ਹੈ, ਜਿਵੇਂ ਇਹ ਮੈਨੇਜਮੈਂਟ ਨੂੰ ਡਿਸੀਜਨ ਮੇਕਿੰਗ ਦੇ ਯੋਗ ਬਣਾਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਅਕਾਊਂਟਿੰਗ ਇੱਕ ਸਿੰਗਲ ਯੂਜ਼ਰ ਗਰੁੱਪ ਭਾਵ ਮੈਨੇਜਮੈਂਟ ਦੀਆਂ ਨੀਡਸ ਦੀ ਪੂਰਤੀ ਲਈ ਅਸਿਸਟ ਕਰਦੀ ਹੈ। ਇਹ ਅਕਾਊਂਟਿੰਗ ਇਨਫੋਰਮੇਸ਼ਨ ਦੀ ਇਸ ਢੰਗ ਨਾਲ ਪ੍ਰੈਜੈਂਟੇਸ਼ਨ ਹੈ ਕਿ ਇਹ ਪਾਲਿਸੀ ਮੇਕਿੰਗ ਅਤੇ ਡੇ ਟੂ ਡੇ ਐਕਟੀਵਿਟੀਜ਼ ਵਿੱਚ ਮੈਨੇਜਮੈਂਟ ਦੀ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਇਹ ਕਲੈਕਟਡ ਅਕਾਊਂਟਿੰਗ ਡੇਟਾ ਨੂੰ ਮੈਨੇਜਮੈਂਟ ਦੇ ਫਾਈਨੈਂਸ਼ੀਅਲ ਡਿਸੀਜਨ ਲੈਣ ਦੀ ਸਹਾਇਤਾ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਬਿਨਾਂ ਗਵਰਨਮੈਂਟ ਅਕਾਊਂਟਿੰਗ, ਹਿਊਮਨ ਰਿਸੋਰਸ ਅਕਾਊਂਟਿੰਗ, ਸੋਸ਼ਲ ਅਕਾਊਂਟਿੰਗ ਅਤੇ ਇਨਫਲੇਸ਼ਨ ਅਕਾਊਂਟਿੰਗ ਵੀ ਵਰਤੋਂ ਵਿੱਚ ਹਨ। ਆਓ ਹੁਣ ਸੰਖੇਪ ਕਰੀਏ ਕਿ ਅਸੀਂ ਇਸ ਐਪੀਸੋਡ ਵਿੱਚ ਕੀ ਸਿੱਖਿਆ ਹੈ। ਸਾਰੇ ਸੰਸਾਰ ਵਿੱਚ ਟ੍ਰੇਡ, ਇੰਡਸਟਰੀ ਅਤੇ ਕਾਮਰਸ ਦੇ ਵਿਕਾਸ ਨੇ ਸਾਰੀਆਂ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਕਲੀਅਰਲੀ ਅਤੇ ਸਿਸਟਮੈਟਿਕਲੀ ਰਿਕਾਰਡ ਕਰਨਾ ਜ਼ਰੂਰੀ ਬਣਾ ਦਿੱਤਾ ਹੈ। ਪਿਛਲੇ ਕੁਝ ਡਿਕੇਡਸ ਦੌਰਾਨ ਬਿਜ਼ਨਸ ਨੇ ਸਮਾਲ ਯੂਨਿਟਸ ਤੋਂ ਲੈ ਕੇ ਵੱਡੇ ਬਿਜ਼ਨਸ ਹਾਊਸਸ ਤੱਕ ਅਤੇ ਮੈਨੂਅਲ ਆਪਰੇਸ਼ਨਸ ਤੋਂ ਲੈ ਕੇ ਮੈਕਨਾਈਜ਼ਡ ਤੱਕ ਬਹੁਤ ਵਿਸ਼ਾਲ ਚੇਂਜਸ ਦੇਖੇ ਹਨ। ਬਿਜ਼ਨਸ ਵਿੱਚ ਇੰਨੇ ਜ਼ਿਆਦਾ ਵਾਧੇ ਨੇ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਦੀ ਵੋਲਿਊਮ ਬਹੁਤ ਵਧਾ ਦਿੱਤੀ ਹੈ। 20th ਸੈਂਚੁਰੀ ਦੇ ਫਰਸਟ ਡਿਕੇਡ ਤੋਂ ਲੈ ਕੇ ਹੁਣ ਤੱਕ ਅਕਾਊਂਟਿੰਗ ਦਾ ਰੋਲ ਸਿਰਫ ਰਿਕਾਰਡ ਕੀਪਿੰਗ ਤੋਂ ਬਦਲ ਗਿਆ ਹੈ, ਜਦੋਂ ਇਸ ਨੂੰ ਇਨਫੋਰਮੇਸ਼ਨ ਸਿਸਟਮ ਅਤੇ ਡਿਸੀਜਨ ਮੇਕਿੰਗ ਐਕਟੀਵਿਟੀ ਵਜੋਂ ਐਕਸੈਪਟ ਕੀਤਾ ਗਿਆ ਹੈ। ਹਮੇਸ਼ਾ ਹੀ ਇਹ ਮਿਸਕਨਸੈਪਸ਼ਨ ਰਿਹਾ ਹੈ ਕਿ ਅਕਾਊਂਟਿੰਗ ਵਿੱਚ ਸਿਰਫ ਫਾਈਨੈਂਸ਼ੀਅਲ ਫਿਗਰਸ ਹੀ ਇਨਵੋਲਵ ਕੀਤੀਆਂ ਜਾਂਦੀਆਂ ਹਨ।
ਪ੍ਰੋਫਿਟੇਬਿਲਿਟੀ ਤੇ ਫਾਈਨੈਂਸ਼ੀਅਲ ਫਿਗਰਸ ਅਤੇ ਫਾਈਨੈਂਸ਼ੀਅਲ ਪੋਜੀਸ਼ਨ ਥੋੜੀ ਇਨਫੋਰਮੇਸ਼ਨ ਦਿੰਦੀ ਹੈ ਅਤੇ ਕਈ ਵਾਰ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਨੂੰ ਮਿਸਲੈਡ ਵੀ ਕਰ ਸਕਦੀ ਹੈ। ਫਾਈਨੈਂਸ਼ੀਅਲ ਸਟੇਟਮੈਂਟਸ ਦੀ ਫੰਡਾਮੈਂਟਲ ਕਰੈਕਟਰਿਸਟਿਕ ਟਰੁਥ ਅਤੇ ਫੇਅਰਨੈਸ ਹੈ। ਇੱਕ ਐਂਟਰਪ੍ਰਾਈਜ਼ ਦਾ ਆਡੀਟਰ ਆਪਣੀ ਰਿਪੋਰਟ ਵਿੱਚ ਇੱਕ ਸਟੇਟਮੈਂਟ ਬਣਾਉਂਦਾ ਹੈ ਕਿ ਉਸ ਦੇ ਵਿਚਾਰ ਵਿੱਚ ਫਾਈਨੈਂਸ਼ੀਅਲ ਸਟੇਟਮੈਂਟ ਸੱਚੀ ਅਤੇ ਸਪਸ਼ਟ ਦਿੱਖ ਦਿੰਦੀ ਹੈ। ਇਸ ਦਾ ਮਤਲਬ ਹੈ ਬੈਲੈਂਸ ਸ਼ੀਟ ਨੂੰ ਕੰਮਾਂ ਦੀ ਸਥਿਤੀ ਦੀ ਸੱਚੀ ਅਤੇ ਸਪਸ਼ਟ ਅਤੇ ਲਾਭ ਅਤੇ ਹਾਨੀ ਅਕਾਊਂਟ ਯਾਨੀ ਪ੍ਰੋਫਿਟ ਐਂਡ ਲਾਸ ਅਕਾਊਂਟ ਸਮੇਂ ਲਈ ਲਾਭ ਜਾਂ ਹਾਨੀ ਦੀ ਸੱਚੀ ਅਤੇ ਸਹੀ ਦਿੱਖ ਪ੍ਰਦਾਨ ਕਰਨੀ ਚਾਹੀਦੀ ਹੈ। ਕੁਆਲਿਟੇਟਿਵ ਇਨਫੋਰਮੇਸ਼ਨ ਫਾਈਨੈਂਸ਼ੀਅਲ ਫਿਗਰਸ ਨੂੰ ਸਿੰਪਲੀਫਾਈ ਅਤੇ ਐਕਸਪੈਂਡ ਕਰਦੀ ਹੈ ਤਾਂ ਜੋ ਰਿਜ਼ਲਟਸ ਨੂੰ ਈਜ਼ੀਲੀ ਅੰਡਰਸਟੈਂਡ ਕਰਨ ਅਤੇ ਕੰਪੇਅਰੇਬਿਲਿਟੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹਨਾਂ ਫੰਡਾਮੈਂਟਲ ਕਰੈਕਟਰਿਸਟਿਕਸ ਤੋਂ ਬਿਨਾਂ ਹੋਰ ਕੁਆਲਿਟੇਟਿਵ ਕਰੈਕਟਰਿਸਟਿਕਸ ਜਾਂ ਐਟਰੀਬਿਊਟਸ ਹਨ ਜਿਹੜੇ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਇਨਫੋਰਮੇਸ਼ਨ ਕੰਟੈਂਟ ਨੂੰ ਉਸਦੇ ਯੂਜ਼ਰਸ ਲਈ ਹੋਰ ਵੀ ਮੀਨਿੰਗਫੁਲ ਬਣਾ ਦਿੰਦਾ ਹੈ। ਇਹ ਕੁਆਲਿਟੇਟਿਵ ਕਰੈਕਟਰਿਸਟਿਕਸ ਹਨ ਰਿਲਾਇਬਿਲਿਟੀ, ਰੈਲੇਵੈਂਸ, ਅੰਡਰਸਟੈਂਡੇਬਿਲਿਟੀ ਅਤੇ ਕੰਪੇਅਰੇਬਿਲਿਟੀ। ਰਿਲਾਇਬਿਲਿਟੀ ਨੂੰ ਰਿਪਰੈਜ਼ੈਂਟੇਸ਼ਨਲ ਰੂਪ ਵਿੱਚ ਫੇਥਫੁਲਨੈਸ, ਵੈਰੀਫੀਏਬਿਲਿਟੀ ਅਤੇ ਨਿਊਟਰੈਲਿਟੀ ਕਿਹਾ ਜਾ ਸਕਦਾ ਹੈ, ਜਿਸ ਦੇ ਨਾਲ ਕੰਪਲੀਟਨੈਸ, ਫ੍ਰੀडम ਫਰੋਮ ਬਾਇਸ, ਪ੍ਰੀਸੀਜ਼ਨ ਅਤੇ ਅਨਸਰਟੇਨਟੀ ਹੋਵੇ। ਫਾਈਨੈਂਸ਼ੀਅਲ ਸਟੇਟਮੈਂਟਸ ਨਿਊਟਰਲ ਨਹੀਂ ਹੁੰਦੀਆਂ ਹਨ। ਜੇਕਰ ਇਨਫੋਰਮੇਸ਼ਨ ਦੀ ਸਿਲੈਕਸ਼ਨ ਅਤੇ ਪ੍ਰੈਜ਼ੈਂਟੇਸ਼ਨ ਨਾਲ ਉਹਨਾਂ ਨੂੰ ਪ੍ਰੀ ਡਿਟਰਮਾਈਨਡ ਰਿਜ਼ਲਟ ਜਾਂ ਇਨਕਮ ਪ੍ਰਾਪਤ ਕਰਨ ਲਈ ਇੱਕ ਡਿਸੀਜਨ ਜਾਂ ਜਜਮੈਂਟ ਲੈਣ ਲਈ ਇਨਫਲੂਐਂਸ ਨਾ ਕੀਤਾ ਜਾਵੇ। ਰਿਲਾਇਬਿਲਿਟੀ ਲਈ ਫਾਈਨੈਂਸ਼ੀਅਲ ਇਨਫੋਰਮੇਸ਼ਨ ਨੂੰ ਹੇਠ ਲਿਖੇ ਗੁਣਾਂ ਦੀ ਲੋੜ ਹੁੰਦੀ ਹੈ: faithful presentation of information, neutrality, substance over form, prudence, completeness। relevance ਇੱਕ ਅਜਿਹੀ ਕੁਆਲਿਟੀ ਹੈ ਜਿਸ ਤੇ ਹਰੇਕ ਅਕਾਊਂਟਿੰਗ ਫਰੇਮਵਰਕ ਵਿੱਚ ਜ਼ੋਰ ਦਿੱਤਾ ਜਾਂਦਾ ਹੈ। ਰੈਲੇਵੈਂਟ ਹੋਣ ਲਈ ਅਕਾਊਂਟਿੰਗ ਇਨਫੋਰਮੇਸ਼ਨ ਯੂਜ਼ਰ ਦੇ ਪਾਸਟ, ਪ੍ਰੈਜ਼ੈਂਟ ਅਤੇ ਫਿਊਚਰ ਇਵੈਂਟਸ ਦੇ ਰਿਜ਼ਲਟਸ ਦਾ ਪ੍ਰੈਡਿਕਸ਼ਨ ਕਰਦੀ ਹੈ ਅਤੇ ਡਿਸੀਜਨ ਵਿੱਚ ਡਿਫਰੈਂਸ਼ੀਏਟ ਕਰਨ ਦੇ ਯੋਗ ਹੋਣੀ ਚਾਹੀਦੀ ਹੈ। ਇਨਫੋਰਮੇਸ਼ਨ ਦੀ ਰੈਲੇਵੈਂਸ ਉਸ ਦੀ ਨੇਚਰ ਅਤੇ ਮਟੀਰੀਅਲਿਟੀ ਨਾਲ ਪ੍ਰਭਾਵਿਤ ਹੁੰਦੀ ਹੈ। ਜੇਕਰ ਕੋਈ ਆਈਟਮ ਜਾਂ ਇਵੈਂਟ ਮਟੀਰੀਅਲ ਹੈ, ਇਹ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰ ਲਈ ਰੈਲੇਵੈਂਟ ਹੋ ਸਕਦੀ ਹੈ। ਅੰਡਰਸਟੈਂਡੇਬਿਲਿਟੀ ਤੋਂ ਭਾਵ ਹੈ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੁਆਰਾ ਦਿੱਤੀ ਇਨਫੋਰਮੇਸ਼ਨ ਇਸ ਮੈਨਰ ਨਾਲ ਪ੍ਰੈਜ਼ੈਂਟ ਕੀਤੀ ਜਾਣੀ ਚਾਹੀਦੀ ਹੈ ਕਿ ਯੂਜ਼ਰਸ ਉਸ ਨੂੰ ਉਸੇ ਮੈਨਰ ਵਿੱਚ ਅੰਡਰਸਟੈਂਡ ਕਰਨ ਦੇ ਯੋਗ ਹੋਣ ਜਿਸ ਵਿੱਚ ਉਸ ਨੂੰ ਪ੍ਰੈਜ਼ੈਂਟ ਕੀਤਾ ਗਿਆ ਹੈ। ਜੇਕਰ ਇਨਫੋਰਮੇਸ਼ਨ ਨੂੰ ਯੂਜ਼ਰਸ ਦੇ ਡਿਸੀਜਨ ਮੇਕਿੰਗ ਲਈ ਸੰਬੰਧਿਤ ਮੰਨਿਆ ਗਿਆ ਹੋਵੇ, ਇਸ ਨੂੰ ਫਿਰ ਵੀ ਡਿਸਕਲੋਜ਼ ਕੀਤਾ ਜਾਣਾ ਚਾਹੀਦਾ ਹੈ, ਭਾਵੇਂ ਇਨਫੋਰਮੇਸ਼ਨ ਕਾਮਨ ਯੂਜ਼ਰਸ ਲਈ ਰੈਡੀਲੀ ਅੰਡਰਸਟੈਂਡੇਬਲ ਨਾ ਹੋਵੇ। ਇੱਕ ਐਂਟਰਪ੍ਰਾਈਜ਼ ਦੀ ਅਕਾਊਂਟਿੰਗ ਇਨਫੋਰਮੇਸ਼ਨ ਦੀ ਤੁਲਨਾ ਉਸੇ ਐਂਟਰਪ੍ਰਾਈਜ਼ ਦੇ ਕਿਸੇ ਹੋਰ ਸਮੇਂ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਇੰਟਰਾ ਫਰਮ ਕੰਪੈਰੀਜ਼ਨ ਕਿਹਾ ਜਾਂਦਾ ਹੈ, ਜਾਂ ਹੋਰ ਐਂਟਰਪ੍ਰਾਈਜ਼ਸ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਕਿ ਇੰਟਰ ਫਰਮ ਕੰਪੈਰੀਜ਼ਨ ਕਿਹਾ ਜਾਂਦਾ ਹੈ। ਇਸ ਲਈ ਜਿੱਥੇ ਤੱਕ ਸੰਭਵ ਹੋਵੇ ਸਟੈਂਡਰਡਾਈਜ਼ਡ ਅਕਾਊਂਟਿੰਗ ਪਾਲਿਸੀਜ਼ ਤੇ ਚੱਲਣਾ ਜ਼ਰੂਰੀ ਹੁੰਦਾ ਹੈ। ਅਕਾਊਂਟਿੰਗ ਦਾ ਸਕੋਪ ਅਨਲਿਮਿਟਿਡ ਹੈ, ਭਾਵ ਇਹ ਸਿਰਫ ਟ੍ਰੇਡਿੰਗ ਕੰਸਰਨਸ ਲਈ ਹੀ ਮਹੱਤਵਪੂਰਨ ਨਹੀਂ ਹੈ, ਸਗੋਂ ਨਾਨ ਟ੍ਰੇਡਿੰਗ ਆਰਗੇਨਾਈਜੇਸ਼ਨਸ, ਪ੍ਰੋਫੈਸ਼ਨਲਸ, ਇੰਡੀਵਿਜੂਅਲਸ ਅਤੇ ਗਵਰਨਮੈਂਟ ਲਈ ਵੀ ਯੂਸਫੁਲ ਹੈ। ਅਕਾਊਂਟੈਂਸੀ ਦੀਆਂ ਇੰਪੋਰਟੈਂਟ ਬ੍ਰਾਂਚਿਸ ਹਨ ਫਾਈਨੈਂਸ਼ੀਅਲ ਅਕਾਊਂਟਿੰਗ, ਕਾਸਟ ਅਕਾਊਂਟਿੰਗ ਅਤੇ ਮੈਨੇਜਮੈਂਟ ਅਕਾਊਂਟਿੰਗ। ਇਸ ਐਪੀਸੋਡ ਵਿੱਚ ਅਸੀਂ ਅਕਾਊਂਟਿੰਗ ਇਨਫੋਰਮੇਸ਼ਨ ਦੀਆਂ ਕੁਆਲਿਟੇਟਿਵ ਕਰੈਕਟਰਿਸਟਿਕਸ ਅਤੇ ਅਕਾਊਂਟਿੰਗ ਇਨਫੋਰਮੇਸ਼ਨ ਦੇ ਸਕੋਪ ਅਤੇ ਬ੍ਰਾਂਚਿਸ ਬਾਰੇ ਪੜ੍ਹਿਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਐਪੀਸੋਡ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।